कारी ने मदरसे में 15 साल लड़के को बदफेली का निशाना बनाकर मुबैना तौर पर मार डाला। मेरी बीवी मोटरसाइकिल ते इत्थे आ गई। कारी मैं कहा मेरा बच्चा नहीं लभ रहा, किते गेमां खेडदा होना। जुत्ती इत्थे पई सी कि मैं अपनी अक्खां नाल वेखी। भाईजान बताइएगा कि क्या हुआ आपके बच्चे को, ये किस तरह सारा मामला? वो मेरे बच्चे सी, ਵੱਡੇ ਦਾ ਨਾਮ ਸ਼ੁਏਬ ਸੀ, ਛੋਟੇ ਦਾ ਨਾਮ ਅਬਦੁੱਲਾ ਸੀ। ਆ ਮਦਰਸਾ ਇਹਦੇ ਵਿੱਚ ਅਸੀਂ ਦਾਖਲ ਕਰਾਏ। ਇਹ ਸਾਡੇ ਕੋਲੋਂ ਫੀਸ ਲੈਂਦੇ ਸੀ 1000 ਰੁਪਏ ਇੱਕ ਬੱਚੇ ਦੀ ਮਹੀਨਾ। ਅਸੀਂ ਫੀਸ ਵੀ ਨਹੀਂ ਪੜਾਏ। ਇੱਥੇ 3.5 ਸਾਲ ਤੋਂ ਮੇਰੇ ਬੱਚੇ ਪੜ ਰਹੇ ਸੀਗੇ। ਵੱਡਾ ਮੁੰਡਾ ਮੇਰਾ ਉਹਨੇ ਕੁਰਾਨ ਮਜੀਦ ਹਿਫਜ਼ ਕੀਤਾ। ਇਹ ਨਾਲ ਮਸਜਿਦ ਦੇ ਸਾਹਮਣੇ ਉਹਨੇ ਤਰਾਵੀਆਂ ਪੜਾਈਆਂ। ਇਹ ਸਾਲ ਆ ਜਿਹੜਾ ਹੁਣ ਲੰਘ ਕੇ ਗਿਆ, ਇਹਨੇ ਮੇਰੇ ਬੱਚੇ ਵੱਡੇ ਨੂੰ ਉਹਦੇ ਨਾਲ ਜ਼ਿਆਦਤੀ ਕੀਤੀ। ਜ਼ਿਆਦਤੀ ਕਰਨ ਤੋਂ ਬਾਅਦ ਇਹਨੇ ਉਹਨੂੰ ਮਾਰ ਦਿੱਤਾ। ਮੇਰਾ ਜਿਹੜਾ ਛੋਟਾ ਬੱਚਾ ਇੱਥੇ ਅਬਦੁੱਲਾ ਮੇਰੇ ਨਾਲ ਆਇਆ, ਇਸੇ ਤਰ੍ਹਾਂ ਦੇ ਵਿੱਚ ਉਹ ਵੀ ਸੀਗਾ। ਉਹ ਮੇਰੇ ਬੱਚੇ ਦੀ ਜ਼ਿੰਦਗੀ ਅੱਲਾ ਨੇ ਮੈਨੂੰ ਇਸ ਤਰੀਕੇ ਨਾਲ ਦੇਤੀ। ਇਹਨੇ ਮੇਰਾ ਦੂਸਰਾ ਬੱਚਾ ਵੀ ਮਾਰ ਦੇਣਾ ਸੀ। ਉਹਨੂੰ ਇਹਨੇ ਉੱਪਰ ਬੁਲਾਇਆ, ਉਹਦੀ ਡਿਊਟੀ ਲਾਈ ਸੀ ਪਾਣੀ ਭਰਨ ਵਾਸਤੇ। ਇਹਨੇ ਬੈਲ ਵਜਾਈ। ਮੇਰਾ ਛੋਟਾ ਪੁੱਤਰ ਜਿਹੜਾ ਹੈਗਾ, ਇਹਨੇ ਜਾ ਕੇ ਉਹਦਾ ਪਾਣੀ ਭਰਿਆ। ਕਾਰੀ ਜ਼ਾਲਮ ਦਾ ਸਵੇਰੇ ਜਿਹੜਾ ਉਹ ਪੀਂਦਾ ਸੀ ਨਹਿਰੀ। ਉਸ ਤੋਂ ਬਾਅਦ ਉਹਨੇ ਇਹਨੂੰ 8000 ਰੁਪਇਆ ਦਿੱਤਾ। ਜਿਹੜਾ ਤੈਨੂੰ ਪੁੱਛੇ ਉਹਨੂੰ ਤੂੰ ਇਹ ਕਹਿਣਾ ਕਿ ਤੇਰਾ ਭਾਈ ਦਰਸ ਚੋਂ ਭੱਜ ਗਿਆ। ਇਹ ਬੱਚਾ ਇਹੀ ਗਿਆ ਕਿ ਮੇਰਾ ਭਾਈ ਦਰਸ ਚੋਂ ਭੱਜ ਗਿਆ। ਇਹ ਬੱਚਾ ਇੱਥੋਂ ਬਾਹਰ ਨਿਕਲਿਆ। ਸਾਡੀ ਮਾਸੀ ਦਾ ਘਰ ਹੈ ਬਲਾਕ ਦੇ ਵਿੱਚ, ਇਹ ਘਰ ਉੱਥੇ ਚਲਾ ਗਿਆ। ਇਹਨੇ ਜਾ ਕੇ ਦੱਸਿਆ ਕਿ ਆਂਟੀ ਮੇਰਾ ਭਾਈ ਸ਼ਬੀ ਦਰਸ ਚੋਂ ਭੱਜ ਗਿਆ। ਭਰਾ ਇਕੱਠੇ ਹੀ ਰਹੇ। ਇਹਦੇ ਦਿਲ 'ਚ ਕੋਈ ਗੱਲ ਆਈ ਹੋਵੇਗੀ ਜਿਹੜਾ ਇਹਨੇ ਜਾ ਕੇ ਦੱਸ ਦਿੱਤਾ। ਜਦੋਂ ਸਾਨੂੰ ਇਸ ਬੱਚੇ ਨੇ ਫੋਨ ਕੀਤਾ, ਅਸੀਂ ਉਦੋਂ ਫੌਰਨ ਮੈਂ, ਮੇਰੀ बीवी, मेरी सिस्टर, ਅਸੀਂ ਤਿੰਨੇ ਮੋਟਰਸਾਈਕਲ ਤੇ ਇੱਥੇ ਆ ਗਏ। आपको फोन किसने किया? ਮੇਰੀ ਆਂਟੀ ਨੇ ਫੋਨ ਕੀਤਾ। ਜਦੋਂ ਫੋਨ ਕੀਤਾ ਅਸੀਂ ਇੱਥੇ ਆ ਗਏ। ਅਸੀਂ ਆ ਗਏ, ਮੇਰੀ बीवी ਔਰ ਮੇਰੀ ਸਿਸਟਰ ਹੈ ਬਾਹਰ ਬੂਹਾ ਖੋਲ ਕੇ ਅੱਧਾ ਘੰਟਾ ਦੀ ਖੜੀ ਰਹੀ। ਮੈਂ ਕਾਰੀ ਦੇ ਕੋਲ ਜਾ ਕੇ ਬੈਠਾ ਰਿਹਾ। ਕਾਰੀ ਬੱਚੇ ਨੂੰ ਪੜ੍ਹਾ ਰਿਹਾ ਸੀ। ਉਹਦੇ ਕੋਲ ਇੱਕ ਹੋਰ ਬੰਦਾ ਬੈਠਾ ਸੀ, ਉਹਦੇ ਨਾਲ ਉਹ ਗੱਪਾਂ ਲਾ ਰਿਹਾ ਬੈਠਾ। ਉਹਨੇ ਮੈਨੂੰ ਨਹੀਂ ਦੱਸਿਆ ਕਿ ਤੇਰੇ ਬੱਚੇ ਨਾਲ ਮੈਂ ਆਹ ਕੁਝ ਕੀਤਾ ਨਹੀਂ ਕੀਤਾ। ਮੈਨੂੰ ਕੋਈ ਗੱਲ ਨਹੀਂ ਦੱਸੀ ਉਹਨੂੰ। ਮੈਂ ਉਹਨੂੰ ਪੁੱਛਿਆ ਕਾਰੀ ਸਾਹਿਬ ਮੈਂ ਤੇਰੇ ਕੋਲ ਬੈਠਾ, ਮੇਰੀ ਗੱਲ ਤੇ ਸੁਣ। ਹਾਂਜੀ ਦੱਸੋ। ਮੈਂ ਜਿਹਨਾਂ ਦੀ 1 ਮਿੰਟ ਗੱਲ, ਮੈਂ ਕਿਹਾ ਮੇਰਾ ਬੱਚਾ ਨਹੀਂ ਲੱਭ ਰਿਹਾ, ਤੂੰ ਮੇਰਾ ਗੱਲ ਹੀ ਨਹੀਂ ਮੇਰੀ ਸੁਣ ਰਿਹਾ। ਮੈਂ ਪੁੱਛਦਾ ਜੀ, ਮੈਂ ਪੁੱਛਦਾ। ਮੈਂ ਕਿਹਾ ਪੁੱਛ ਕਿਹੜਾ ਮੁੰਡਾ ਆਇਆ, ਕਿੱਧਰ ਨੂੰ ਗਿਆ ਮੇਰਾ ਬੱਚਾ। ਉਹ ਜਦੋਂ ਉਹਨੇ ਪੁੱਛਿਆ ਉਸ ਮੁੰਡੇ ਨੂੰ ਜਿਹੜਾ ਜ਼ਾਲਮ ਇਹਦੇ ਨਾਲ ਆ, ਜਿਹੜਾ ਇਹਦੇ ਕਾਰੀ ਦੇ ਨਾਲ ਮਲਵਸ ਆ, ਬੜੇ ਅਰਸੇ ਤੋਂ ਮੁੰਡਾ ਬਾਲਗ ਆ, ਇਹਦੇ ਨਾਲ ਆ, ਇਹਦੇ ਚੰਗੇ ਮੰਦੇ ਸਾਰੇ ਕੰਮ ਉਹ ਮੁੰਡਾ ਕਰਦਾ। ਉਹਨੇ ਮੈਨੂੰ ਪੁੱਛਿਆ ਮੇਰੇ ਸਾਹਮਣੇ ਆ ਕੇ, ਕਹਿੰਦਾ ਕਾਰੀ ਸਾਹਿਬ ਮੈਂ ਬਾਹਰ ਨਿਕਲਿਆ। ਉਹ ਮੈਂ ਉਹਨੂੰ ਦੇਖਿਆ ਚਿੱਟੀ ਟੋਪੀ ਸਿਰ ਤੇ ਸੀ, ਤੂੰ ਨੂੰ ਭੱਜ ਗਿਆ। ਮੈਂ ਕਿਹਾ ਯਾਰ ਉਹਨੇ ਅੱਜ ਤੱਕ 3.5 ਸਾਲ ਤੋਂ ਨਹੀਂ ਭੱਜਿਆ, ਹੁਣ ਉਹ ਕਿੱਦਾਂ ਭੱਜ ਗਿਆ। ਜੇ ਟਾਈਮ ਉਹਨੇ ਮੈਨੂੰ ਕਿਹਾ ਜੀ ਕੋਈ ਨਹੀਂ ਬੱਚਾ ਬਾਲਗ ਆ, ਛੋਟਾ ਤੇ ਹੈ ਕੋਈ ਨਹੀਂ, ਜਦੋਂ ਵਾਪਸ ਆ ਜਾਏਗਾ ਤੇ ਇੱਥੇ ਕਿਤੇ ਗੇਮਾਂ ਖੇਡਦਾ ਹੁਣ ਆ ਜਾਏਗਾ। ਜਿਸ ਟਾਈਮ ਅਸੀਂ ਤੋਂ ਗੇਟ ਤੋਂ ਬਾਹਰ ਨਿਕਲਣ ਲੱਗੇ ਅਸੀਂ ਕਾਹਨੂੰ ਸੀ ਲੱਭੀ ਉਹਦੇ ਸੀ ਮੇਰੇ ਪੁੱਤਰ ਦੀ ਜੁੱਤੀ ਇੱਥੇ ਪਈ ਸੀ ਕਿ ਮੈਂ ਆਪਣੀ ਅੱਖਾਂ ਨਾਲ ਵੇਖੀ। ਮੈਂ ਕਾਰੀ ਨੂੰ ਮੈਂ ਕਿਹਾ ਜੁੱਤੀ ਆ ਭਈ ਮੁੰਡਾ ਕਿੱਧਰ ਚਲਾ ਗਿਆ। नहीं ਇੱਥੇ ਕਿਤੇ ਹੋਣਾ ਬੱਚੇ ਕਿਤੇ। अच्छा बच्चे वो इस मदरसे में ही रहते थे पढ़ने के बाद? जी ਸਾਰੇ ਇੱਥੇ ਰਹਿੰਦੇ ਸੀ। 8 ਦਿਨਾਂ ਬਾਅਦ ਘਰ ਜਾਂਦੇ ਸੀਗੇ। 8 ਦਿਨਾਂ ਤੋਂ ਬਾਅਦ ਉਹ ਆ ਜਾਂਦੇ ਸੀ। मैं खुद उन्होंने छाड़ दिंदा सी, इत्थे रहिंदे सीगे। बच्चों ने बताया था कि कारी इस तरह की कोई हरकत करता है, कोई बदफेली के लिए कोई फोर्स कर रहा है या कोई ब्लैकमेल कर रहा है किसी वाले से? सानू बच्चे ने पहले तो कोई गल नहीं सी उन्हें साडे नाल कीती, लेकिन बच्चे ने सानू ये जरूर कहा सी कि कारी जी सानू मारदा। ਅਸੀਂ ਡਰ ਦੀ ਵਜ੍ਹਾ ਤੋਂ ਇਸ ਦਰਸ 'ਚ ਨਹੀਂ ਜਾਣਾ। ਮੈਂ ਕਿਹਾ ਬੱਚੇ ਕਾਰੀ ਮਾਰਦੇ ਆ, ਤੂੰ ਪੜ ਗਿਆ, ਛੋਟਾ ਭਰਾ ਵਾ, ਇਹਨੂੰ ਵੀ ਤੂੰ ਨਾਲ ਪੜਾ ਲਾ। ਵੇਖ ਇਹਨੂੰ ਕਾਰੀ ਨੇ ਕਿਹਾ ਮੈਂ ਰਮਜ਼ਾਨ ਤੋਂ ਪਹਿਲੇ ਮੁੰਡੇ ਤੁਹਾਡੇ ਨੂੰ ਇਹਨੂੰ ਵੀ ਹਾਫਿਜ਼ ਬਣਾ ਦਿਆਂਗਾ, ਤੁਸੀਂ ਬੇਸ਼ੱਕ ਉਦੋਂ ਸੰਤਾਂ ਲਾ ਕੇ ਤੁਸੀਂ ਚੱਲ ਜਿਓ। ਮੈਂ ਕਾਰੀ ਨੂੰ ਇਹ ਗੱਲ ਕਹੀ। ਮੈਂ ਕਿਹਾ ਕਾਰੀ ਦਰਸ 'ਚ ਕੈਮਰੇ ਲੱਗੇ ਸੀ, ਹੁਣ ਨਹੀਂ ਹੈਗੇ, ਉਹ ਮੈਂ ਖਰਾਬ ਹੋਏ ਤੇ ਮੈਂ ਲਾ ਦਿੱਤੇ। ਮੈਂ ਕਿਹਾ ਕਾਰੀ ਕੈਮਰੇ ਖਰਾਬ ਹੋਏ ਲਾ ਦਿੱਤੇ। ਮੈਂ ਕਿਹਾ ਅੱਛਾ ਚਲੋ ਮੈਂ ਇਹ ਵੀ ਗੱਲ ਉਹਦੀ ਮੰਨੀ। ਮੈਂ ਕਿਹਾ ਕਾਰੀ ਦਰਸ ਖੋਲਦਾ ਸਵੇਰੇ 7 ਵਜੇ, ਉਹ ਕਿੱਦਾਂ ਕਹਿੰਦਾ ਮੇਰਾ ਬੱਚਾ 4 ਵਜੇ ਇੱਥੋਂ ਭੱਜ ਕੇ ਚਲਾ ਗਿਆ। ਕਾਰੀ ਮੈਨੂੰ ਕਹਿੰਦਾ ਉਹ ਬੱਚਾ ਇੱਥੇ ਤਾਂ ਭੇਤੀ ਹੋਣਾ ਸੀ, 3.5 ਸਾਲ ਤੋਂ ਇੱਥੇ ਰਹਿ ਰਿਹਾ। ਮੈਂ ਕਿਹਾ ਯਾਰ ਮੈਨੂੰ ਇਹ ਨਹੀਂ ਗੱਲ, ਮੈਨੂੰ ਤੂੰ ਇਹ ਦੱਸ ਕਿ ਤੇਰੀ ਇਜਾਜ਼ਤ ਤੋਂ ਬਗੈਰ ਤੇ ਗੇਟ ਨਹੀਂ ਖੁੱਲਦਾ। ਮੈਂ 2-3 ਵਾਰੀ ਚੈੱਕ ਕੀਤਾ ਆ ਕੇ, ਰਾਤ ਬਰਾਤੇ ਮੈਂ ਆਇਆ, ਮੈਂ ਸਵੇਰ ਫਸਟ ਟਾਈਮ ਆਇਆ। ਮੈਂ ਕਿਹਾ ਬੱਚਾ ਚੈੱਕ ਤੇ ਬੰਦਾ ਕਰਦਾ, ਲੇਕਿਨ ਇਹਨਾਂ ਨੇ ਗੇਟ ਨਹੀਂ ਖੋਲਿਆ। ਉਹੀ ਮੁੰਡਾ ਜਿਹੜਾ ਅਰਫਾਨ ਆ, ਉਹਨੇ ਗੇਟ ਦੇ ਝੀਲ ਚੋਂ ਦੇਖਣਾ ਚਾਚੂ ਗੇਟ ਬੰਦ ਆ, कारी साहब ऊपर आ, साडा टाइम 7 बजे शुरू होना। मैं ना 2-3 साल 2-3 बारी चेक किया, गेट 7 बजे खोलता सी। मैं कारी किद्दां खुल गया 4 बजे। मेरे नाल उन्हें बड़ी ज्यादती की। मेरी साला काम दे दी ये पीला जिद्दां ने मेरे बच्चे नाल कीता, इदां ही इतना होना चाहिए। इनू भी उत्थे जाके सुटना चाहिए और इनू लभना भी नहीं मुड़ के चाहिए। अच्छा पुलिस को कैसे इतला दी आप?
ਸਰ ਅਸੀਂ ਪੁਲਿਸ ਕੋਲ ਆਏ, ਪਹਿਲੇ ਇੱਥੇ ਆ ਕੇ ਅਸੀਂ ਦੇਖਿਆ, ਸੁਬਾਹ ਇਹਨੇ ਸਾਨੂੰ ਮੁਤਮਿਨ ਕਰਕੇ ਚਲਾ ਗਿਆ। ਤਕਰੀਬਨ 1-1:30 ਵਜੇ ਦੇ ਕਰੀਬ ਜਦੋਂ ਸਾਡਾ ਸਬਰ ਕੰਮ ਛੱਡ ਗਿਆ ਨਾ, ਅਸੀਂ ਉਸ ਟਾਈਮ 15 ਤੇ ਕਾਲ ਚਲਾਈ। ਉਤੋਂ ਪੁਲਿਸ ਆਈ, ਆ ਕੇ ਉਹਨਾਂ ਨੇ ਇਹਨੂੰ ਪੁੱਛਿਆ, ਇਹਨੇ ਕਿਹਾ ਜੀ ਮੈਂ ਲੱਭਦਾ, ਮੈਂ ਕਰਦਾ, ਮੈਂ ਆਹ ਕਰਦਾ, ਮੈਂ ਉਹ ਕਰਦਾ। ਦੀ ਸ਼ਾਮ ਨੂੰ ਥਾਣੇ ਚਲੇ ਗਏ। ਇਹਨੂੰ ਉਹਨਾਂ ਨੇ ਬੁਲਾਇਆ, ਕਾਰੀ ਨੂੰ ਮੇਰੇ ਨਾਲ, ਮੇਰੇ ਕੋਲ ਬੈਠਾ ਰਿਹਾ ਕਾਰੀ। ਉਹ ਕਿਤੇ ਗੇਮਾਂ ਗੁਮਾ ਖੇਡਦਾ ਹੋਣਾ, ਮੁੰਡਾ ਆ ਜਾਂਦਾ ਜੀ, ਕੋਈ ਗੱਲ ਨਹੀਂ, ਮੈਂ ਵੀ ਕਿਸੇ ਨੂੰ ਕਹਿਣਾ, ਲੱਭਦੇ ਆ, ਪੁੱਛਦੇ ਆ, ਕਰਦੇ ਆ। ਐਡਾ ਜ਼ਾਲਮ ਬੰਦਾ। ਇਹਨੇ ਸਿਰਫ ਮੈਨੂੰ ਇੱਕ ਦਫਾ ਫੋਨ ਕੀਤਾ ਰਾਤ ਨੂੰ ਤਕਰੀਬਨ 8 ਵਜੇ ਦੇ ਕਰੀਬ, ਉਹ ਪਹਿਲੇ ਫਸਟ ਦਿਨ। ਕੁਛ ਪਤਾ ਲੱਗਾ ਜੀ ਛੇਬੀ ਦਾ? ਮੈਂ ਕਿਹਾ ਤੁਸੀਂ ਮੈਨੂੰ ਦੱਸੋ, ਮੈਂ ਤੁਹਾਡਾ ਫੋਨ ਆਇਆ, ਮੈਂ ਕਿਹਾ ਸ਼ਾਇਦ ਕਾਰੀ ਸਾਹਿਬ ਨੂੰ ਕੋਈ ਪਤਾ ਲੱਗ ਗਿਆ। ਨਹੀਂ ਨਹੀਂ ਨਹੀਂ, ਮੈਨੂੰ ਕੋਈ ਨਹੀਂ ਪਤਾ ਲੱਗਾ, ਅਗਰ ਤੁਹਾਨੂੰ ਕੋਈ ਲੱਗਾ ਤੇ ਤੁਸੀਂ ਮੈਨੂੰ ਦੱਸੋ। ਇਹ ਸਿਰਫ ਇਹ ਵਕਤ ਗੁਜ਼ਾਰਦਾ ਸੀ ਕਿ ਮੁੰਡਾ ਜਿਹੜਾ ਨਾ ਗਲ ਜਾਵੇ ਉਹਦੇ ਵਿੱਚ। ਦੂਸਰੇ ਦਿਨ ਦੁਬਾਰਾ ਫਿਰ 15 ਤੇ ਕਾਲ ਚਲਾਈ ਆ। ਕਾਲ ਚਲਾਉਣ ਤੋਂ ਬਾਅਦ ਫਿਰ ਐਸਪੀ ਸਾਹਿਬ ਕੋ ਪੇਸ਼ ਹੋਏ। ਐਸਪੀ ਸਾਹਿਬ ਨੇ ਫਿਰ ਮਾਰਾ ਕੀਤਾ, फिर पुलिस हरकत च आई है। इनके पहले दिन जिस दिन आपने कॉल की है उस दिन पुलिस ने आपसे नहीं कोई बात की? पुलिस आई है इत्थे, पुछ के गई है, लेकिन हरकत नहीं हुई उस दिन। दूसरे दिन जो दोबारा 15 ते कॉल चली है एसपी साहब को मैं पेश होया जाके, मैं ते मेरी वाइफ। एसपी साहब ने फिर थाने नूं पाबंद किया, फिर हरकत चलनी फिर शुरू हुई है। फिर मामला लभन लभाइया शुरू होया सारा। फिर जाके 36 और 37 घंटिया के बाद मेरा बच्चा जाके उतो किद्दां गंदे पानी दे विच उन्होंने जाके लभ्या। मैं किद्दां अपने मासूम बच्चे नूं मेहनत कर करके मैं पाया। आ मेरा बच्चा देखो, आ मेरी हालत देखो जी, केड़े आजे किन्ने का सी अपना अमीर है ये साडा मामला। मेरे पुत्र ने मैंने किद्दां बेदर्दी नाल इत्थे मार दित्ता और मैनूं दस्सण नहीं दिया। मुतमिन होवे नहा के इदां साफ करी जांदा पसीना, कहंदा कोई गल नहीं, किते गेमां खेडदा होना, किते गेमां खेडदा होना। अच्छा, क्या अब आप क्या चाहते हैं? मुलजिम तो पकड़े गए हैं, आप किस तरह क्या चाहते हैं, क्या सजा होनी चाहिए? सर मेरा इक्को ही फैसला कि मैनू बिल्कुल उम्मीद आ आरपीओ सुखेरा साहब ने, ਜਿਹੜੇ ਵੱਡੇ ਦੂਸਰੇ ਨੇ ਤਨਵੀਰ ਸਾਹਿਬ ਜਾਂ ਐਸਪੀ ਸਹੀ ਸਾਹਿਬ, ਸਾਰੇ ਜਿਹੜਾ ਕੇਸ ਜਿਹੜਾ ਜਿਵੇਂ ਸੀਸੀਟੀ ਜਿਹੜਾ ਬੰਦਾ ਜ਼ੁਲਮ ਕਰਦਾ ਉਹਦੇ ਨਾਲ ਉਦਾਂ ਹੀ ਕਰਦੀ ਆ। ਮੇਰਾ ਇੱਕੋ ਹੀ ਮੁਤਾਲਬਾ ਇਸ ਕਾਰੀ ਨਾਲ ਉਦਾਂ ਹੀ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਦੂਸਰੀਆਂ ਜਿਹੜੀਆਂ ਮਾਵਾਂ ਉਹਨਾਂ ਦੇ ਪੁੱਤਰਾਂ ਨਾਲ ਕਿਸੇ ਨਾਲ ਇੰਜ ਨਾ ਹੋਵੇ। ਇਹਨੇ ਮੇਰਾ ਦੂਸਰਾ ਪੁੱਤਰ ਮਾਰ ਦੇਣਾ ਸੀ, ਇਹਨੇ ਸਿਰਫ ਪੈਸੇ ਦੇ ਕੇ ਉਹਨੂੰ ਉਕਸਾਇਆ ਵੀ ਰਾਤ ਪਵੇ ਕਿਤੇ ਘਰ ਤਲਾਨ ਦੇ ਦੇਵੇ। ਮੇਰਾ ਮੁੰਡਾ ਭੱਜ ਗਿਆ, ਇਹਨੇ ਮੈਨੂੰ ਜਾ ਕੇ ਦੱਸ ਦਿੱਤਾ ਮੇਰਾ ਮੁੰਡਾ ਭੱਜ ਗਿਆ, ਕਿਤੇ ਨੇ ਮੇਰਾ ਦੂਸਰਾ ਵੀ ਮਾਰ ਦੇਣਾ ਸੀਗਾ। मेरी वजीर आला अगे भी यही रिक्वेस्ट है, वजीर आजम अगे भी यही है, जनरल आसम मनीर अगे भी यही है, मेरी सारे अगे ही जिद्दां ने मेरे पुत्र ने की इदां ही होनी चाहिए है। आपको जब पता चला कि आपका बेटा इस तरह हादसे का शिकार हो गया तो क्या आपकी क्या आपने एक माँ की क्या फीलिंग हो सकती है? हमने मेरा 15 साल का बेटा, उसको मेरा बच्चा जो शिकारी ने मार दिया। आपको कैसे पता चला? अब मेरे छोटे बच्चे ने फोन करके बताया अपनी आंटी के, उसकी आंटी का घर पास है, उधर गया। उसने कहा आंटी मैं उठा, मेरा भाई नहीं है, मेरा भाई कहीं चला गया, हमारी अम्मी को फोन करके बता दे कि मेरा भाई इधर नहीं है। हमारे छोटे बच्चे ने बताया, लेकिन कारी ने मैंने नहीं बताया कॉल करके कि आपका बच्चा गुम हो गया। जब हम आए तब भी कारी ने हमारी कोई बात नहीं सुनी, कहता आपका बच्चा इधर ही कहीं होगा, इधर ही कहीं होगा, आ जाएगा। कभी आपको कभी शिकायत इस तरह की लगाई थी कि कारी उनके साथ कोई इस तरह की हरकतें करता है? कोई इस तरह कभी कोई बात की? ये मुझे बताता था कि कारी हमें मारता है, लेकिन इस तरह की कभी उसने मुझे बताया ही नहीं थी। मैं पूछती थी बार बार, कहता नहीं कारी हमें मारता है। आखिरी बात क्या याद है जब आपसे मुलाकात हुई और किस दिन आपसे मुलाकात हुई? मेरे पिछले 6 तारीख को, पिछले महीने की 6 तारीख को मेरे बेटे की मेरी बात हुई है। यही बात है, ये वो जब आने लगा था अच्छा मम्मा मैं जा रहा हूँ अल्लाह हाफिज़, मैंने उसे प्यार के गले से लगाया। फिर मैं दोबारा भी दरवाजे से बाहर आकर मुझसे मिला, फिर मैंने उसे गले से लगाया। मुझे नहीं पता था कि मेरे साथ ऐसा होना है। मरियम नवाज साहब ने यही किया, मेरे जगह पे किसी से गोली मारे बस, ताकि किसी और माँ के साथ ऐसा ना हो। तीनों जो मुलजमान थे वो इस इंतहाई अफसोसनाक वाक़े में मुलव्वस थे, तीनों गिरफ्तार और रिमांड पे हैं। तो उनसे जरूरी रिकवरीज हैं वो अमल जारी है सारी है और तफ्तीश हो रही है। और जैसे कि आपको पता है कि तीनों ही इस इंतहाई मकरूह और इस अफसोसनाक वाक़े में मुलव्वस हैं। और उसके न सिर्फ ये कि उन्होंने कन्फेस भी कर दिया कि हमारे पास टेक्निकल एविडेंस भी है, तो इंशाअल्लाह ताला कानून के मुताबिक सख्त तरीन सजा दिलवाई गई। मुलजमान को कैसे पहचाना गया कि
हम सर्च कर रहे थे बच्चे को, कहीं से हमें एविडेंस मिले कि वो अगर भाग रहा है, जा रहा है अपनी मर्जी से, तो हमें कहीं से एविडेंस मिल जाए। इसी कोशिश में हमें एविडेंस उनके बयान की बिल्कुल उलट मिलती है। उसके बाद उनको पुलिस की हिरासत में लिया जाता है और वो जो दोनों स्टूडेंट हैं जो कि मकतूल के हम उम्र ही थे, उनको भी शामिल तफ्तीश किया जाता है। तो अल्हम्दुलिल्लाह जो सारा मामला वो बिल्कुल बाशकाफ अंदाज में अय्यां हो जाता है। वो बात हमें जिसकी एविडेंस मिली है और जो कि इन दोनों बच्चों ने भी मुलजमान हैं, दोनों कम उम्र हैं, तो उन्होंने भी ये बात कन्फेस की है कि ये जो मुअल्लिम है ये कारी रफ़ाकत, ये इंतहाई इसका घिनौना अमल रहा है और उसने मुतअद्दिद दफ़ा इन दोनों से ये फेल किया है। और यकीनी तौर पे जहाँ बच्चों के जहन में ये डाला गया कि ये बच्चा तुमसे बेहतर है और इससे हसद करो, उसके पीछे मुअल्लिम की ये पूरी प्लानिंग शामिल थी कि अगर ये इस बच्चे ने ये जो पूरे मकरूह मामला चल रहा है मदरसे यार्ड में, तो कहीं ये अगर बाहर निकल गया तो मेरी बदनामी होगी। तो अपने मकरूह अमाल पे पर्दा डालने के लिए उसने बच्चों को इस तरह इस्तेमाल किया कि ये एक अफसोसनाक सामने आया। जिस वक्त ये ज़ालिमाना अंदाज में कत्ल किया जा रहा था, उस वक्त कारी वहीं पे मौके पे मौजूद था और कारी ही मास्टरमाइंड है, कारी ही बेनिफिशियरी है, कारी ही अपने मकरूह जो फेल था उसको पर्दा डालना चाहता था, उसको डर था और उसने इन दोनों बच्चों को इस्तेमाल किया और फिर इन दोनों बच्चों ने इंतहाई, मैं समझता हूँ कि ना ज़ालिमाना अंदाज में उस बच्चे को कत्ल किया है। बल्कि कत्ल करने के बाद उसकी जो लाश थी उसको भी डिस्पोज ऑफ करने की कोशिश की, गाया करने की कोशिश की।